ਡਾਕਟਰ ਸਾਹਿਬ, ਇੱਕ ਚੀਜ਼ ਤੋਂ ਕਿਸਾਨ ਭਰਾ ਬਹੁਤ ਪਰੇਸ਼ਾਨ ਨੇ, ਉਹ ਹੈਗਾ ਚੂਹਾ। ਤਰੀਕਾ ਬੜਾ ਸੌਖਾ ਹੈ ਕਿ ਬਈ ਪਹਿਲੇ ਆਪਾਂ ਨੂੰ ਦੇਖਣਾ ਚਾਹੀਦਾ ਕਿ ਚੂਹੇ ਦੇ ਖੁੱਡ ਕਿੱਥੇ ਹੈ। ਹਮੇਸ਼ਾ ਡਰੈਂਚਿੰਗ ਕਰਨੀ ਚਾਹੀਦੀ ਹੈ ਇਹਦੇ ਲਈ, ਠੀਕ ਹੈ, ਤਾਂ ਕਿ ਇਸ ਜਿਹੜਾ ਦਵਾਈ ਦਾ ਅਸਰ ਉਹ ਜ਼ਿਆਦਾ ਹੋਏ। ਅਗੇਤੀ ਫੂਡ ਦਾ ਗੰਡੂਆ ਇੱਕ ਬੜਾ ਖਤਰਨਾਕ ਕੀੜਾ ਹੈ ਜੋ ਕਿ ਅਪ੍ਰੈਲ ਤੋਂ ਬਾਅਦ ਲੱਗਦਾ ਹੁੰਦਾ ਹੈ। 2 ਜਾਂ 3 ਵਾਰ ਬਣਾਈ ਕਰਨੀ ਚਾਹੀਦੀ ਹੈ ਇਹਦੀ, ਸਭ ਤੋਂ ਪਹਿਲੇ ਨੀਚੇ, ਫਿਰ ਵਿਚਾਲੜੇ ਤੇ ਉੱਪਰ। ਕਿਸਾਨ ਵੀਰਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਜਿਨ੍ਹਾਂ ਦੀ ਬਹੁਤ ਹੀ ਹਲਕੀ ਜ਼ਮੀਨ ਹੈ, ਠੀਕ ਹੈ, ਉਹਦੇ ਵਿੱਚ ਸਿਉਂਕ ਦੀ ਸਮੱਸਿਆ ਆ ਜਾਂਦੀ ਹੈ। ਇੰਟਰਕਲਚਰ ਆਪਰੇਸ਼ਨ ਖਾਸ ਕਰ ਗੁਡਾਈ ਕਰਨੀ ਹੈ, ਠੀਕ ਹੈ ਜੀ, ਤੇ ਸਪਰੇਅ ਕਰਨੀ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗੁਰਕੀਰਤ ਸਿੰਘ, ਤੁਸੀਂ ਦੇਖ ਰਹੇ ਹੋ ਖੇਤੀਬਾੜੀ ਟੀਵੀ। ਜਿਵੇਂ ਕਿ ਅਸੀਂ ਪਹਿਲਾਂ ਗੰਨੇ ਤੇ ਅਹਿਮ ਜਾਣਕਾਰੀਆਂ ਪ੍ਰਾਪਤ ਕੀਤੀਆਂ ਕਿ ਉਸ ਦੀ ਕਿੰਨੀ ਲਾਗਤ ਆਉਂਦੀ ਹੈ, ਉਸ ਨੂੰ ਕਿਵੇਂ ਬੀਜਿਆ ਜਾ ਸਕਦਾ ਹੈ ਤੇ ਉਸ ਦਾ ਮੰਡੀਕਰਨ ਕਿਵੇਂ ਹੁੰਦਾ, ਤਾਂ ਅੱਜ ਅਸੀਂ ਇਸ ਦੀ ਹੋਰ ਅੱਗੇ ਸੰਖੇਪ ਜਾਣਕਾਰੀ ਲੈਣ ਲਈ ਪਹੁੰਚੇ ਹਾਂ ਖੇਤੀਬਾੜੀ ਵਿਕਾਸ ਅਫਸਰ ਗੰਨਾ ਡਾਕਟਰ ਗੌਰਵ ਅਰੋੜਾ ਜੀ ਦੇ ਆਫਿਸ। ਡਾਕਟਰ ਗੌਰਵ ਅਰੋੜਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਖੇਤੀਬਾੜੀ ਟੀਵੀ 'ਤੇ। ਬਹੁਤ ਬਹੁਤ ਧੰਨਵਾਦ ਗੁਰਕੀਰਤ ਜੀ। ਡਾਕਟਰ ਸਾਹਿਬ, ਜਿਵੇਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਕਿ ਗੰਨੇ ਨੂੰ ਕਿਵੇਂ ਬੀਜਿਆ ਜਾਂਦਾ ਹੈ, ਉਹਦੀ ਕੀ ਮੰਡੀਕਰਨ ਹੋਇਆ, ਪਰ ਆਪਾਂ ਹੁਣ ਇਸ ਤੋਂ ਇੱਕ ਕਦਮ ਅੱਗੇ ਚੱਲਾਂਗੇ ਕਿ ਗੰਨੇ ਦੇ ਵਿੱਚ ਪੈਣ ਵਾਲੀਆਂ ਬਿਮਾਰੀਆਂ ਦੀ ਕਿਹੜੀਆਂ-ਕਿਹੜੀਆਂ ਬਿਮਾਰੀਆਂ ਨੇ, ਉਹਨਾਂ ਦੀ ਕੀ ਰੋਕਥਾਮ ਨੇ, ਕੀ ਕਦਮ ਚੁੱਕਣੇ ਚਾਹੀਦੇ ਕਿਸਾਨ ਭਰਾਵਾਂ ਨੂੰ, ਉਸ ਬਾਰੇ ਸਾਨੂੰ ਜਾਣਕਾਰੀ ਦਿਓ। ਗੰਨਾ ਕਿਉਂਕਿ ਕਾਫੀ ਲੰਬੇ ਸਮੇਂ ਦੀ ਫਸਲ ਹੈ, 12 ਤੋਂ 13 ਮਹੀਨੇ ਦੀ ਫਸਲ ਹੈ, ਅਤੇ ਗੰਨੇ ਦੇ ਵਿੱਚ ਕਾਫੀ ਕੀੜੇ ਮਕੌੜੇ ਔਰ ਬਿਮਾਰੀਆਂ ਲੱਗਦੀਆਂ। ਅਤੇ ਜੇ ਮੈਂ ਕੀੜੇ ਮਕੌੜਿਆਂ ਦੀ ਗੱਲ ਕਰਾਂ, ਮੁੱਖ ਜਿਹੜੇ ਕੀੜੇ ਨੇ ਉਹ ਹੈਗੇ ਸਿਉਂਕ। ਹਲਕੀ ਜ਼ਮੀਨਾਂ ਦੇ ਵਿੱਚ ਸਿਉਂਕ ਦਾ ਖਤਰਾ ਹੁੰਦਾ ਹੈ। ਅਤੇ ਅਗੇਤੀ ਫੂਡ ਦਾ ਗੰਡੂਆ, ਜਿਹਨੂੰ ਅਰਲੀ ਸ਼ੂਟ ਬੋਰਰ ਵੀ ਅਸੀਂ ਕਹਿੰਦੇ ਹਾਂ, ਟੌਪ ਬੋਰਰ, ਇਸ ਤੋਂ ਇਲਾਵਾ ਕਾਲਾ ਖਟਮਲ ਅਤੇ ਕਮਾਦ ਦਾ ਘੋੜਾ, ਜਿਹਨੂੰ ਅਸੀਂ ਪਾਰੀਲਾ ਵੀ ਕਹਿੰਦੇ ਹਾਂ। ਹੁਣ ਮੈਂ ਇੱਕ ਚੀਜ਼ 'ਤੇ ਮੈਂ ਕਵਰ ਕਰੂੰਗਾ ਕਿ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਸਿਉਂਕ ਦੀ। ਅਤੇ ਕਿਸਾਨ ਵੀਰਾਂ ਨੂੰ ਇਹੀ ਗੁਜ਼ਾਰਿਸ਼ ਹੈ ਕਿ ਜਿਨ੍ਹਾਂ ਦੀ ਬਹੁਤ ਹੀ ਹਲਕੀ ਜ਼ਮੀਨ ਹੈ, ਠੀਕ ਹੈ, ਉਹਦੇ ਵਿੱਚ ਸਿਉਂਕ ਦੀ ਸਮੱਸਿਆ ਆ ਜਾਂਦੀ ਹੈ। ਉਹਦੀ ਪਹਿਚਾਣ ਕੀ ਹੈ ਕਿ ਜਦ ਆਪਾਂ ਸਾਰਾ ਗੰਨਾ ਤੁਹਾਡਾ ਇੱਕਦਮ ਹੀ ਮੁਰਝਾ ਜਾਂਦਾ ਹੈ, ਅਤੇ ਜਦ ਗੰਨੇ ਨੂੰ ਆਪਾਂ ਵਿੱਚੋਂ ਪਾੜ ਕੇ ਦੇਖਦੇ ਹਾਂ ਤਾਂ ਉਸ 'ਚ ਮਿੱਟੀ ਵੀ ਦਿਸਦੀ ਹੈ, ਅਤੇ ਕਈ ਵਾਰ ਆਪਾਂ ਨੂੰ ਸਿਉਂਕ ਵੀ ਦਿਸਦੀ ਹੈ। ਅਤੇ ਇਹਦੀ ਰੋਕਥਾਮ ਲਈ 200 ml ਕੋਰਾਜਨ ਦਵਾਈ ਹੈ, ਉਹ ਆਪਾਂ ਸਪਰੇਅ ਕਰ ਸਕਦੇ ਹਾਂ 400 ਲੀਟਰ ਪਾਣੀ ਵਿੱਚ ਘੋਲ ਕੇ। ਅਤੇ ਹਮੇਸ਼ਾ ਡਰੈਂਚਿੰਗ ਕਰਨੀ ਚਾਹੀਦੀ ਹੈ ਇਹਦੇ ਲਈ, ਠੀਕ ਹੈ, ਤਾਂ ਕਿ ਇਸ ਜਿਹੜਾ ਦਵਾਈ ਦਾ ਅਸਰ ਉਹ ਜ਼ਿਆਦਾ ਹੋਏ। ਅਤੇ ਹੁਣ ਜੇ ਆਪਾਂ ਗੱਲ ਕਰੀਏ ਕਿ ਇਸ ਤੋਂ ਮੰਨ ਲਿਆ ਆਪਾਂ ਨੇ ਬਿਜਾਈ ਦੇ ਸਮੇਂ ਇਹ ਕਰਤਾ, ਅਤੇ ਉਸ ਤੋਂ ਬਾਅਦ ਵੀ ਜੇ ਆ ਜਾਂਦੀ ਹੈ, ਫਿਰ ਇੱਕ ਦਵਾਈ ਔਰ ਵੀ ਹੈ, ਇਮੀਡਾਕਲੋਪ੍ਰਿਡ ਸਾਲਟ ਹੈ, ਠੀਕ ਹੈ, 17.8 SL 45 ml ਇਮੀਡਾਕਲੋਪ੍ਰਿਡ ਨੂੰ ਆਪਾਂ ਸਪਰੇਅ ਕਰ ਸਕਦੇ ਹਾਂ, ਅਤੇ ਉਹਦੇ ਨਾਲ ਬੜੀ ਅੱਛੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਅਤੇ ਅਗੇਤੀ ਫੂਡ ਦਾ ਗੰਡੂਆ ਇੱਕ ਬੜਾ ਖਤਰਨਾਕ ਕੀੜਾ ਹੈ ਜੋ ਕਿ ਅਪ੍ਰੈਲ ਤੋਂ ਬਾਅਦ ਲੱਗਦਾ ਹੁੰਦਾ ਹੈ, ਅਤੇ ਅਪ੍ਰੈਲ ਤੋਂ ਜੂਨ ਤੱਕ ਇਹ ਕਾਫੀ ਐਕਟਿਵ ਰਹਿੰਦਾ ਹੈ। ਈਵਨ ਪਤਝੜ ਰੁੱਤ ਦੀ ਜਦ ਆਪਾਂ ਬਿਜਾਈ ਕਰਦੇ ਹਾਂ, ਅਤੇ ਨਵੰਬਰ ਅਤੇ ਦਸੰਬਰ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ। ਇਹਦੇ ਰੋਕਥਾਮ ਲਈ ਕਈ ਤਰੀਕੇ ਨੇ, ਅਤੇ ਸਭ ਤੋਂ ਪਹਿਲੇ ਤਾਂ ਮੈਂ ਕਿਸਾਨ ਵੀਰਾਂ ਨੂੰ ਕਹੂੰਗਾ ਕਿ IPM ਪੱਧਤੀ ਦੇ ਤੌਰ 'ਤੇ, ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਤੌਰ 'ਤੇ ਇਹਦੀ ਆਪਾਂ ਰੋਕਥਾਮ ਕਰ ਸਕਦੇ ਹਾਂ। ਅਤੇ ਯੂਨੀਵਰਸਿਟੀ ਵੱਲੋਂ ਜਾਂ ਸ਼ੂਗਰ ਮਿਲ ਵੱਲੋਂ ਟ੍ਰਾਈਕੋ ਕਾਰਡਸ ਵੀ ਦਿੱਤੇ ਜਾਂਦੇ ਨੇ, ਠੀਕ ਹੈ, ਅਤੇ ਨਾਲ ਆਪਾਂ ਫੈਰੋਮੋਨ ਟਰੈਪਸ ਨਾਲ ਵੀ ਇਹਦੀ ਰੋਕਥਾਮ ਕਰ ਸਕਦੇ ਹਾਂ। ਅਤੇ ਇਹ ਦਵਾਈਆਂ ਨਾਲ ਵੀ ਇਹਦੀ ਰੋਕਥਾਮ ਕੀਤੀ ਜਾ ਸਕਦੀ ਹੈ। ਜਿਵੇਂ ਮੈਂ ਪਹਿਲੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਬਿਜਾਈ ਦੇ ਸਮੇਂ ਇੱਕ ਦਵਾਈ ਆਉਂਦੀ ਹੈ ਰੀਜੈਂਟ, ਠੀਕ ਹੈ, 10 ਕਿਲੋ ਰੀਜੈਂਟ ਨੂੰ ਜੇ ਆਪਾਂ ਬਿਜਾਈ ਦੇ ਸਮੇਂ ਗੁੱਲੀਆਂ ਦੇ ਉੱਤੇ ਪਾਈਏ, ਠੀਕ ਹੈ, ਅਤੇ ਫਿਰ ਕਾਫੀ ਸਮੇਂ ਤੱਕ ਇਹਦੀ ਰੋਕਥਾਮ ਹੋ ਸਕਦੀ ਹੈ, ਅਤੇ ਕਾਫੀ ਵਧੀਆ ਦਵਾਈ ਹੈ। ਰੀਜੈਂਟ ਤੋਂ ਇਲਾਵਾ ਵੀ, ਠੀਕ ਹੈ, ਔਰ ਵੀ ਦਵਾਈਆਂ ਨੇ। ਟਕੂਮੀ ਇੱਕ ਦਵਾਈ, ਨਵੀਂ ਦਵਾਈ ਸਿਫਾਰਿਸ਼ ਕੀਤੀ ਯੂਨੀਵਰਸਿਟੀ ਵੱਲੋਂ, ਠੀਕ ਹੈ, 150 ਗ੍ਰਾਮ ਟਕੂਮੀ ਜਾਂ 150 ml ਕੋਰਾਜਨ ਪ੍ਰਤੀ ਕਿੱਲੇ ਦੇ ਹਿਸਾਬ ਨਾਲ 400 ਲੀਟਰ ਪਾਣੀ ਵਿੱਚ ਘੋਲ ਕੇ ਜੇ ਆਪਾਂ ਸਪਰੇਅ ਕਰੀਏ, ਅਤੇ ਇਹਦੇ ਨਾਲ ਕਾਫੀ ਵਧੀਆ ਆਪਾਂ ਕੀ ਕਹਿੰਦੇ ਆ ਕੀੜੇ ਦਾ ਹਮਲਾ ਬਚਾ ਸਕਦੇ, ਰੋਕਥਾਮ ਕਰ ਸਕਦੇ ਹਾਂ। ਹੁਣ ਜੇ ਆਪਾਂ ਗੱਲ ਕਰੀਏ ਕਿ ਬਈ ਅਗੇਤੀ ਫੂਡ ਦਾ ਗੰਡੂਆ ਜਾਂ ਅਰਲੀ ਸ਼ੂਟ ਬੋਰਰ ਤੋਂ ਇਲਾਵਾ ਕਾਲਾ ਖਟਮਲ, ਠੀਕ ਹੈ, ਕਾਫੀ ਜ਼ਿਆਦਾ ਹੁਣ ਪੈਣ ਲੱਗ ਪਿਆ। ਖਾਸ ਕਰ ਜੇ ਗੱਲ ਕਰੀਏ ਆਪਾਂ ਕਿ ਮਈ ਔਰ ਜੂਨ ਦੇ ਵਿੱਚ ਕਾਲੇ ਖਟਮਲ ਦੀ ਕਾਫੀ ਹਮਲਾ ਦੇਖਣ ਨੂੰ ਆਇਆ ਪਿਛਲੇ 3-4 ਸਾਲਾਂ ਤੋਂ। ਕਾਲੇ ਖਟਮਲ ਦੀ ਰੋਕਥਾਮ ਲਈ ਸ਼ਾਮ ਦੇ ਟਾਈਮ ਆਪਾਂ ਨੇ ਸਪਰੇਅ ਕਰਨੀ ਹੈ। ਕਲੋਰੋਪਾਈਰੀਫੋਸ ਦਵਾਈ ਹੈ 20%, ਠੀਕ ਹੈ, ਅਤੇ ਉਹ 350 ml ਕਲੋਰੋ ਨੂੰ 400 ਲੀਟਰ ਪਾਣੀ ਵਿੱਚ ਘੋਲ ਕੇ ਆਪਾਂ ਨੇ ਸ਼ਾਮ ਦੇ ਟਾਈਮ
ਸਪਰੇਅ ਕਰਨੀ ਹੈ। ਜਿਹੜਾ ਸਪਰੇਅ ਹੋਏਗਾ ਉਹ ਮੁੱਢ ਦੀ ਤਰਫ ਹੋਏਗਾ, ਠੀਕ ਹੈ, ਉਹਦਾ ਰੁੱਖ ਜਿਹੜਾ ਹੋਏਗਾ। ਔਰ ਸ਼ਾਮ ਦੀ ਤਰਫ, ਸ਼ਾਮ ਲਈ ਇਸ ਲਈ ਆਪਾਂ ਕਹਿ ਰਹੇ ਕਿਉਂਕਿ ਦਿਨ ਦੇ ਟਾਈਮ ਇਹ ਜਾਂ ਤਾਂ ਅੰਦਰ ਚਲੀ ਜਾਂਦੀ ਹੈ ਜਾਂ ਪੱਤੀਆਂ ਦੇ ਪਿੱਛੇ ਹੁੰਦੀ ਹੈ, ਅਤੇ ਜੇ ਆਪਾਂ ਸ਼ਾਮ ਦੇ ਟਾਈਮ ਕਰਾਂਗੇ ਤਾਂ ਉੱਪਰ ਆਉਂਦੀ ਹੈ ਤਾਂ ਕਾਫੀ ਵਧੀਆ ਇਹਦਾ ਨਿਦਾਨ ਕਰ ਸਕਦੇ, ਰੋਕਥਾਮ ਕਰ ਸਕਦੇ ਹਾਂ। ਇੱਥੇ ਮੈਂ ਇੱਕ ਕਿਸਾਨ ਵੀਰਾਂ ਨੂੰ ਜ਼ਰੂਰ ਕਹੂੰਗਾ ਕਿ ਖੇਤੀਬਾੜੀ ਵਾਸਤੇ ਕਲੋਰੋਪਾਈਰੀਫੋਸ 20% ਈਸੀ ਹੀ ਯੂਜ਼ ਕਰਨੀ ਹੈ, ਠੀਕ ਹੈ ਨਾ। 50% ਜਾਂ 80% ਨਹੀਂ ਕਰਨੀ, ਕੇਵਲ 20% ਹੀ ਯੂਜ਼ ਕਰਨੀ ਹੈ। ਅਤੇ ਇੱਕ ਟੌਪ ਬੋਰਰ ਦਾ ਵੀ ਸਮੱਸਿਆ ਕਿਸਾਨਾਂ ਨੂੰ ਕਾਫੀ ਆਉਂਦੀ ਹੈ ਗੰਨੇ ਦੇ ਵਿੱਚ, ਜਿਹਨੂੰ ਆਪਾਂ ਅੱਗ ਦਾ ਗੰਡੂਆ ਵੀ ਕਹਿੰਦੇ ਹਾਂ। ਟੌਪ ਬੋਰਰ ਦੀ ਰੋਕਥਾਮ ਲਈ ਫਟੇਰਾ ਦਵਾਈ ਹੈ, ਠੀਕ ਹੈ। ਫਟੇਰਾ 10 ਕਿਲੋ ਫਟੇਰਾ ਕਿੱਲੇ ਮਗਰ ਜੇ ਆਪਾਂ ਪਾਈਏ ਤਾਂ ਬੜਾ ਵਧੀਆ ਉਹਦਾ ਅਸਰ ਹੈ, ਠੀਕ ਹੈ। ਫਟੇਰਾ ਤੋਂ ਇਲਾਵਾ 12 ਕਿਲੋ ਫਿਊਰਡਾਨ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਇਹ ਕਿਉਂਕਿ ਟੌਪ ਬੋਰਰ ਜਿਹੜਾ ਹਮਲਾ ਆਉਂਦਾ ਹੈ ਉਹ ਸਤੰਬਰ ਤੱਕ ਇਹਦਾ ਹੋ ਜਾਂਦਾ ਹੈ। ਇਸ ਲਈ ਇੱਥੇ ਇੱਕ ਗੱਲ ਧਿਆਨ ਦੇਣੀ ਹੋ ਗਿਆ ਕਿ ਬਈ ਕਾਫੀ ਕਿਸਾਨ ਗੰਨੇ ਦੀ ਬੁਨਾਈ ਨਹੀਂ ਕਰਦੇ, ਅਤੇ ਗੰਨੇ ਦੀ ਬੁਨਾਈ ਕਰਨੀ ਬਹੁਤ ਜ਼ਰੂਰੀ ਹੈ। ਨਾਲੇ ਜਿਹੜੀ ਬਿਜਾਈ ਹੈ ਗੰਨੇ ਦੀ ਉਹ ਟ੍ਰੈਂਚ ਵਿਧੀ ਪੇਡ ਰੋ ਦੇ ਜੇ ਰਾਹੀਂ ਆਪਾਂ ਕਰਾਂਗੇ ਅਤੇ ਉਹਦੇ ਵਿੱਚ ਕੀ ਹੁੰਦਾ ਹੈ, 2 ਕਤਾਰ ਦੇ ਵਿੱਚ 3 ਜਾਂ 4 ਫੁੱਟ ਦਾ ਡਿਸਟੈਂਸ ਹੁੰਦਾ ਹੈ। ਅਤੇ ਕੋਈ ਵੀ ਜਦ ਗੰਨਾ ਕਾਫੀ ਵੱਡਾ ਹੋ ਜਾਂਦਾ ਹੈ, ਇਹ ਕੋਈ 3 ਜਾਂ 4 ਫੁੱਟ ਦੀ ਤਾਂ ਕ੍ਰੌਪ ਹੈ ਨਹੀਂ, ਠੀਕ ਹੈ ਨਾ। ਹਾਈਟ 10-10 12-12 ਫੁੱਟ ਹੋ ਜਾਂਦੀ ਹੈ। ਤਾਂ ਇੰਟਰਕਲਚਰ ਆਪਰੇਸ਼ਨ ਖਾਸ ਕਰ ਗੁਡਾਈ ਕਰਨੀ ਹੈ, ਠੀਕ ਹੈ ਜੀ, ਅਤੇ ਸਪਰੇਅ ਕਰਨੀ ਹੈ, ਠੀਕ ਹੈ, ਜਾਂ ਵੀ ਕੋਈ ਦਾਣੇਦਾਰ ਦਵਾਈ ਵੀ ਪਾਉਣੀ ਹੈ, ਖਾਦ ਪਾਉਣੀ ਹੈ, ਉਹ ਸੌਖਾ ਹੋ ਜਾਂਦਾ ਹੈ। ਅਤੇ ਬੁਨਾਈ ਅਗਸਤ ਤੱਕ ਬੁਨਾਈ ਕਰਕੇ ਜ਼ਰੂਰ ਕਰ ਦੇਣੀ ਚਾਹੀਦੀ ਹੈ, ਅਤੇ 2 ਜਾਂ 3 ਵਾਰ ਬੁਨਾਈ ਕਰਨੀ ਚਾਹੀਦੀ ਹੈ ਇਹਦੀ। ਸਭ ਤੋਂ ਪਹਿਲੇ ਨੀਚੇ, ਫਿਰ ਵਿਚਾਲੜੇ ਅਤੇ ਉੱਪਰ, ਠੀਕ ਹੈ। ਅਤੇ ਇਸ ਹਿਸਾਬ ਨਾਲ ਜੇ ਆਪਾਂ ਬੁਨਾਈ ਕਰੀਏ ਤਾਂ ਇੱਕ ਤਾਂ ਲੌਜਿੰਗ ਵੀ ਨਹੀਂ ਹੁੰਦੀ ਗੰਨੇ ਦੀ, ਡਿੱਗਦਾ ਨਹੀਂ ਗੰਨਾ ਹਵਾ ਕਰਕੇ, ਅਤੇ ਦੂਜਾ ਪੈਦਾਵਾਰ 'ਚ ਵੀ ਫਰਕ ਪੈਂਦਾ ਹੈ, ਠੀਕ ਹੈ। ਅਤੇ ਇਸ ਲਈ ਬੁਨਾਈ ਬਹੁਤ ਜ਼ਰੂਰੀ ਹੈ। ਨਾਲੇ ਕੀੜੇ ਮਕੌੜਿਆਂ ਦੀ ਸਮੱਸਿਆ ਵੀ ਉਹ ਵੀ ਘਟਦੀ ਹੈ ਕਾਫੀ। ਅਤੇ ਅੱਗ ਦੇ ਗੰਡਵੇ ਲਈ ਵੀ ਆਪਾਂ ਨੂੰ ਇੰਟੀਗ੍ਰੇਟਿਡ ਪੈਸਟ ਮੈਨੇਜਮੈਂਟ ਦਾ ਇਸਤੇਮਾਲ ਲੈਣਾ ਚਾਹੀਦਾ। ਕਹਿਣ ਦਾ ਮਤਲਬ ਹੈ ਕਿ ਦਵਾਈਆਂ ਦੇ ਵੀ ਸੋਚੋ ਵਰਤੋ, ਅਤੇ ਉਹਦੇ ਨਾਲ ਨਾਲ ਫੇਰੋਮੋਨ ਟਰੈਪਸ ਅਤੇ ਟਰਾਈਕੋ ਕਾਰਡਸ, ਠੀਕ ਹੈ। ਟਰਾਈਕੋ ਕਾਰਡਸ ਜਿਹੜੇ ਹੈਗੇ ਉਹਦੇ ਉੱਤੇ ਇੱਕ ਕਾਰਡ ਹੁੰਦਾ ਟਰਾਈਕੋ ਕਾਰਡ, ਠੀਕ ਹੈ, ਅਤੇ ਉਹਦੇ ਉੱਤੇ ਮਿੱਤਰ ਕੀੜੇ ਦੇ ਅੰਡੇ ਹੁੰਦੇ ਆ, ਠੀਕ ਹੈ। ਉਹ ਅੰਡੇ 'ਚ ਮਿੱਤਰ ਕੀੜੇ ਬਾਹਰ ਨਿਕਲ ਕੇ ਜਿਹੜੇ ਅੱਗ ਦੇ ਗੰਡੂਆ ਜਾਂ ਫਿਰ ਅਗੇਤੀ ਫੂਡ ਦਾ ਗੰਡੂਆ ਹੈ, ਠੀਕ ਹੈ, ਉਹਨਾਂ ਦੇ ਅੰਡੇ ਨੂੰ ਉਹ ਖਾਂਦੇ ਆ, ਠੀਕ ਹੈ। ਅਤੇ ਇਹ ਬੜਾ ਸਸਤਾ ਔਰ ਬੜਾ ਵਧੀਆ ਤਰੀਕਾ ਹੈ ਕੰਟਰੋਲ ਕਰਨ ਦਾ। ਅਤੇ ਬਟ ਇਹ ਹੈ ਕਿ ਜੇ ਸਾਰੇ ਕਿਸਾਨ ਮਤਲਬ ਇੱਕ ਸਮਾਜਿਕ ਤੌਰ 'ਤੇ ਇਹਨੂੰ ਯੂਜ਼ ਕਰਦੇ ਆ ਤਾਂ ਉਹਦਾ ਬੜਾ ਬੈਨੀਫਿਟ ਹੁੰਦਾ ਹੈ। ਫੈਰੋਮੋਨ ਟਰੈਪਸ ਦੇ ਵਿੱਚ ਕੀ ਹੁੰਦਾ ਹੈ ਕਿ ਟਰੈਪਸ ਇਸ ਤਰੀਕੇ ਦੇ ਆਉਂਦੇ ਹੈ ਕਿ ਜਿਸ 'ਚ ਫੈਰੋਮੋਨਸ ਦਾ ਅੰਡੇ ਲੱਗੇ ਹੁੰਦੇ ਹੈ, ਠੀਕ ਹੈ ਨਾ। ਅਤੇ ਉਹ ਜਿਹੜੀ ਮਾਦਾ ਹੈਗੀ ਹੈ ਉਹ ਉਸ ਤੋਂ ਅਟਰੈਕਟ ਹੋ ਕੇ, ਠੀਕ ਹੈ, ਉਹਦੇ ਵਿੱਚ ਟਰੈਪ ਹੋ ਜਾਂਦੀ ਹੈ। ਅਤੇ ਇਹ ਵੀ ਜੇ ਆਪਾਂ ਕਾਫੀ ਕਿਸਾਨ ਇਕੱਠੇ ਹੋ ਕੇ ਲਗਾਉਣ ਤਾਂ ਇਹਦਾ ਜ਼ਿਆਦਾ ਬੈਨੀਫਿਟ ਹੈ। ਤਾਂ ਫੈਰੋਮੋਨ ਟਰੈਪਸ ਔਰ ਟਰਾਈਕੋ ਕਾਰਡਸ ਦਾ ਇਸਤੇਮਾਲ ਕਰ ਸਕਦੇ ਹਾਂ। ਬਹੁਤ ਹੀ ਲੰਬਾ ਚੌੜਾ ਖਰਚਾ ਨਹੀਂ ਹੈ, ਸਗੋਂ ਦਵਾਈਆਂ ਨਾਲੋਂ ਇਹਦਾ ਖਰਚਾ ਘੱਟ ਹੈ। ਇਸ ਤੋਂ ਇਨ ਕੀੜਿਆਂ ਤੋਂ ਇਲਾਵਾ ਪਾਇਰੀਲਾ, ਜਿਹਨੂੰ ਆਪਾਂ ਕਮਾਦ ਦਾ ਘੋੜਾ ਵੀ ਕਹਿੰਦੇ ਹਾਂ, ਠੀਕ ਹੈ ਨਾ, ਉਹਦੀ ਸਮੱਸਿਆ ਸਤੰਬਰ ਦੇ ਵਿੱਚ ਕਾਫੀ ਦੇਖਣ ਨੂੰ ਮਿਲਦੀ ਹੈ। ਉਸ ਟਾਈਮ ਗੰਨੇ ਦੇ ਵਿੱਚ ਰਸ ਹੁੰਦਾ ਹੈ ਅਤੇ ਰਸ ਚੂਸਦਾ ਹੈ, ਅਤੇ ਇਹਦੀ ਸਮੱਸਿਆ ਨੂੰ ਜਾਂ ਇਹਦੀ ਰੋਕਥਾਮ ਲਈ, ਠੀਕ ਹੈ, ਫਿਰ ਉਹ ਕਲੋਰੋਪਾਈਰੀਫੋਸ ਦਵਾਈ ਹੈ 20% ਈਸੀ, ਠੀਕ ਹੈ। ਇਹ 600 ml 400 ਲੀਟਰ ਪਾਣੀ ਵਿੱਚ ਘੋਲ ਕੇ ਇਹਦੀ ਸਪਰੇਅ ਦੇ ਨਾਲ ਪਾਇਰੀਲਾ ਦਾ ਹਮਲਾ ਰੁਕ ਜਾਂਦਾ ਹੈ। ਡਾਕਟਰ ਸਾਹਿਬ, ਇੱਕ ਤੁਸੀਂ ਗੱਲ ਕੀਤੀ ਕਿ ਗੰਨੇ ਨੂੰ ਥੋੜ੍ਹੀ ਦੂਰੀ 'ਤੇ ਬੀਜਿਆ ਜਾਣਾ ਚਾਹੀਦਾ, ਉਹ ਦੂਰੀ ਸਾਨੂੰ ਇੱਕ ਚੰਗੀ ਤਰ੍ਹਾਂ ਦੱਸ ਦਿਓ, ਕਿੰਨੇ ਫੁੱਟ ਦੂਰੀ 'ਤੇ ਗੰਨਾ ਬੀਜਿਆ ਜਾਣਾ ਚਾਹੀਦਾ? ਹਾਂ, ਇਹ ਟ੍ਰੈਂਚ ਵਿਧੀ ਰਾਹੀਂ ਆਪਾਂ ਬੀਜ ਸਕਦੇ ਗੰਨੇ ਨੂੰ। ਉਹਦੇ ਵਿੱਚ 2 ਤਰੀਕੇ ਹੈ, ਇੱਕ ਤਾਂ 2 ਕਤਾਰ ਦੇ ਵਿੱਚ 3 ਫੁੱਟ ਜਾਂ 4 ਫੁੱਟ, ਠੀਕ ਹੈ। ਇਹਦੇ ਨਾਲ ਇੱਕ ਤਾਂ ਆਪਣਾ ਇੰਟਰਕਲਚਰ ਆਪਰੇਸ਼ਨ ਸੌਖਾ ਹੋ ਜਾਂਦਾ, ਠੀਕ ਹੈ। ਉਸ ਤੋਂ ਇਲਾਵਾ ਆਪਾਂ ਅੰਤਰ ਫਸਲਾਂ ਦੀ ਵੀ ਬਿਜਾਈ ਕਰਨੀ ਉਹ ਵੀ ਸੌਖੀ ਹੈ, ਠੀਕ ਹੈ, ਜੇ ਇੰਨਾ ਡਿਸਟੈਂਸ ਰਹੇਗਾ। ਨਾਲੇ ਟ੍ਰੈਂਚ ਵਿਧੀ ਨਾਲ ਫਿਰ ਪਾਣੀ ਦੀ ਵੀ ਬੱਚਤ ਹੁੰਦੀ ਹੈ, 25 ਤੋਂ 30% ਪਾਣੀ ਦੀ ਵੀ ਬੱਚਤ ਹੁੰਦੀ ਹੈ। ਖਾਸ ਕਰ ਜੇ ਪੰਜਾਬ ਦੀ ਗੱਲ ਕਰੀਏ ਆਪਾਂ, ਪਾਣੀ ਇੱਕ ਹੇਠਲਾ ਪਾਣੀ ਬਹੁਤ ਥੱਲੇ ਜਾਈ ਜਾ ਰਿਹਾ ਆਪਣਾ, ਠੀਕ ਹੈ। ਅਤੇ ਇਸ ਲਈ ਪਾਣੀ ਵਾਸਤੇ ਵੀ ਆਪਾਂ ਨੂੰ ਜ਼ਰੂਰ ਸੋਚਣਾ ਚਾਹੀਦਾ, ਅਤੇ 2 ਕਤਾਰੀ ਵਿਧੀ ਰਾਹੀਂ ਹੀ ਆਪਾਂ ਨੂੰ ਬਿਜਾਈ ਕਰਨੀ ਚਾਹੀਦੀ ਹੈ। ਸਗੋਂ ਜੇ ਕੇਨ ਹਾਰਵੈਸਟਰ ਕਈ ਮਿੱਲਾਂ ਦੇ ਵਿੱਚ ਹੈਗੇ ਵੀ ਹੈ, ਠੀਕ ਹੈ, ਅਤੇ ਉਹ 4 ਫੁੱਟ ਦੀ ਦੂਰੀ 'ਤੇ ਹੀ ਚੱਲਦੇ ਹੈ, ਠੀਕ ਹੈ। ਅਤੇ ਇਸ ਲਈ ਇਨ ਗੱਲਾਂ ਦਾ ਜ਼ਰੂਰ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਕਿਸਾਨਾਂ ਨੂੰ।
ਤੇ ਜੇ ਆਪਾਂ ਬਿਮਾਰੀ ਦੀ ਗੱਲ ਕਰੀਏ ਤੇ 3 ਰੋਗ ਮੁੱਖ ਨੇ ਗੰਨੇ ਦੇ ਵਿੱਚ। ਤੇ ਜਿਵੇਂ ਪਹਿਲੇ ਵੀ ਕਹਿ ਕੇ ਹਟਿਆ ਸੀਗਾ ਕਿ ਜਿਹੜੇ ਬੀਜ ਸੋਧ ਹੈ, ਠੀਕ ਹੈ ਨਾ, ਬੀਜ ਸੋਧ ਬਹੁਤ ਜ਼ਰੂਰੀ ਹੈ। ਜਿਹੜੀ ਮਰਜ਼ੀ ਕਿਸੇ ਮਰਜ਼ੀ ਫਸਲ ਦੇ ਵਿੱਚ ਬੀਜ ਸੋਧ ਬਹੁਤ ਜ਼ਰੂਰੀ ਹੈ। ਬੀਜ ਸੋਧ ਨੂੰ ਤੁਸੀਂ ਇਸ ਤਰੀਕੇ ਨਾਲ ਮੰਨ ਕੇ ਚਲੋ ਜਿਵੇਂ ਵੈਕਸੀਨੇਸ਼ਨ ਹੁੰਦਾ ਆਪਣਾ, ਠੀਕ ਹੈ, ਉਸੇ ਤਰੀਕੇ ਨਾਲ ਜਿਹੜਾ ਬੂਟਿਆਂ ਦਾ ਜਿਹੜਾ ਵੈਕਸੀਨੇਸ਼ਨ ਹੈ ਉਹ ਬੀਜ ਸੋਧ ਹੈ। ਅਤੇ ਗੰਨੇ ਦੇ ਲਈ ਇਥਰਲ ਦਵਾਈ 25 ml ਇਥਰਲ ਨਾਲ ਜੇ ਆਪਾਂ 100 ਲੀਟਰ ਪਾਣੀ ਵਿੱਚ ਘੋਲ ਕੇ, ਠੀਕ ਹੈ, ਜੇ ਗੰਨੇ ਦੀ ਗੁੱਲੀਆਂ ਆਪਾਂ ਡੁਬੋ ਕੇ ਰੱਖੀ 24 ਘੰਟੇ ਵਾਸਤੇ, ਅਤੇ ਉਸ 'ਚ ਵਿਗਰ ਔਰ ਗਰੋਥ ਜਰਮੀਨੇਸ਼ਨ ਵਾਸਤੇ ਕਾਫੀ ਵਧੀਆ ਹੈ। ਅਤੇ ਬਿਮਾਰੀਆਂ ਰੱਤਾ ਰੋਗ ਜਿਹੜੀ ਹੈਗੀ ਮੁੱਖ ਕਾਫੀ ਜ਼ਿਆਦਾ ਹੁੰਦੀ ਹੈ, ਬਟ ਇਸ ਲਈ ਆਪਾਂ ਬਾਰ-ਬਾਰ ਕਿਸਾਨਾਂ ਨੂੰ ਕਹਿੰਦੇ ਕਿ ਕਿਸਮਾਂ ਜਿਹੜੀ ਸਿਫਾਰਿਸ਼ਸ਼ੁਦਾ ਕਿਸਮਾਂ ਹੀ ਪੰਜਾਬ ਦੇ ਵਿੱਚ ਯੂਜ਼ ਕਰਨ, ਕਿਉਂਕਿ ਜਿਹੜੀ ਪੰਜਾਬ ਦੇ ਵਿੱਚ ਸਿਫਾਰਿਸ਼ ਹੋਏਗੀ ਉਹ ਰੱਤਾ ਰੋਗ ਦੇ ਵਿੱਚ ਟਾਕਰਾ ਕਰਨ ਦੀ क्षमता ਹੋਏਗੀ ਉਸ 'ਚ, ਠੀਕ ਹੈ। ਅਤੇ ਰੱਤਾ ਰੋਗ ਦੇ ਇਲਾਵਾ ਵਿਲਟ ਦੀ ਸਮੱਸਿਆ ਆਉਂਦੀ ਹੈ, ਠੀਕ ਹੈ। ਵਿਲਟ ਦੇ ਵਿੱਚ ਜਿਹੜਾ ਵਿੱਚ ਵਾਲਾ ਗੁੱਦਾ ਹੁੰਦਾ ਉਹ ਭੂਰੇ ਕਲਰ ਦਾ ਹੋ ਜਾਂਦਾ ਹੈ, ਠੀਕ ਹੈ, ਫਿਰ ਲਾਲ ਹੋ ਜਾਂਦਾ ਹੈ, ਠੀਕ ਹੈ। ਅਤੇ ਇਸ ਤੋਂ ਇਲਾਵਾ ਇੱਕ ਘੰਗਿਆਰੀ ਦੀ ਨਵੀਂ ਬਿਮਾਰੀ ਆਉਣ ਲੱਗ ਪਈ ਹੈ, ਠੀਕ ਹੈ। ਪਹਿਲੇ ਗੰਨੇ ਦੇ ਵਿੱਚ ਇੰਨਾ ਨਹੀਂ ਦੇਖਣ ਨੂੰ ਮਿਲਦਾ ਹੁੰਦਾ ਸੀਗਾ, ਅਤੇ ਘੰਗਿਆਰੀ ਦੀ ਸਮੱਸਿਆ ਵੀ ਕਾਫੀ ਵਧਣ ਲੱਗੀ ਹੈ। ਅਤੇ ਵਿਲਟ ਜਾਂ ਘੰਗਿਆਰੀ ਉਹ ਤੋਂ ਆਪਾਂ ਨੂੰ ਖੇਤ ਬਦਲਣਾ ਚਾਹੀਦਾ ਹੈ, ਠੀਕ ਹੈ। ਉਹਦਾ ਬੀਜ ਨਹੀਂ ਰੱਖਣਾ ਚਾਹੀਦਾ, ਠੀਕ ਹੈ, ਮੁੱਢੀ ਫਸਲ ਨਹੀਂ ਰੱਖਣੀ ਚਾਹੀਦੀ ਹੈ। ਅਤੇ ਜਿਹੜਾ ਅਫੈਕਟਡ ਬੂਟਾ ਹੈ, ਠੀਕ ਹੈ, ਉਹਨੂੰ ਬਾਹਰ ਕੱਢ ਕੇ ਉਹਨੂੰ ਦਬਾ ਦੇਣਾ ਚਾਹੀਦਾ ਜਾਂ ਸਾੜ ਦੇਣਾ ਚਾਹੀਦਾ। ਡਾਕਟਰ ਸਾਹਿਬ, ਇੱਕ ਚੀਜ਼ ਤੋਂ ਕਿਸਾਨ ਭਰਾ ਬਹੁਤ ਪਰੇਸ਼ਾਨ ਨੇ, ਉਹ ਹੈਗਾ ਚੂਹਾ। ਉਹਦੇ ਬਾਰੇ ਸਾਨੂੰ ਦੱਸੋ। ਚੂਹੇ ਦੀ ਰੋਕਥਾਮ ਖਾਸ ਕਰ ਗੰਨੇ ਦੇ ਵਿੱਚ ਜਾਂ ਕਿਸੇ ਹੋਰ ਫਸਲ ਲਈ ਵੀ ਇਹ ਇਕੱਲੇ ਕਿਸਾਨ ਲਈ ਬੜਾ ਔਖਾ ਹੈ ਚੂਹੇ ਦੀ ਰੋਕਥਾਮ। ਇਹਨੂੰ ਇੱਕ ਸਮਾਜਿਕ ਤੌਰ 'ਤੇ ਆਪਾਂ ਇਹਦੀ ਰੋਕਥਾਮ ਕਰ ਸਕਦੇ ਹਾਂ। ਤਰੀਕਾ ਬੜਾ ਸੌਖਾ ਹੈ ਕਿ ਬਈ ਪਹਿਲੇ ਆਪਾਂ ਨੂੰ ਦੇਖਣਾ ਚਾਹੀਦਾ ਕਿ ਚੂਹੇ ਦੇ ਖੁੱਡ ਕਿੱਥੇ ਹੈ, ਠੀਕ ਹੈ। ਉਸ ਤੋਂ ਬਾਅਦ ਫਿਰ ਉਹ ਖੁੱਡ ਨੂੰ ਆਪਾਂ ਜਿਹੜੀ ਪੁਰਾਣੀ ਦਵਾਈ ਹੈਗੀ ਐਲੂਮੀਨੀਅਮ ਫਾਸਫਾਈਡ ਅੱਜ ਕੱਲ੍ਹ ਵੀ ਯੂਜ਼ ਹੁੰਦੀ ਹੈ, ਉਹਦਾ ਬੇਟ ਬਣਾ ਕੇ ਆਪਾਂ ਉਹ ਖੁੱਡਾਂ ਨੂੰ ਭਰ ਸਕਦੇ ਹਾਂ, ਠੀਕ ਹੈ। ਅਤੇ ਹੁਣ ਨਵੀਂ ਇੱਕ ਦਵਾਈ ਆਈ ਹੈ ਬ੍ਰੋਮੋਡਾਇਲੋਨ ਬੇਟ, ਠੀਕ ਹੈ, ਉਹਦੇ ਰਾਹੀਂ ਵੀ ਆਪਾਂ ਕਰ ਸਕਦੇ ਹਾਂ। ਬ੍ਰੋਮੋਡਾਇਲੋਨ ਬੇਟ ਦਾ ਬੜਾ ਫਾਇਦਾ ਹੈ, ਉਹ ਇੱਕਦਮ ਨੌਕਡਾਊਨ ਐਕਸ਼ਨ ਨਹੀਂ ਕਰਦਾ, ਸਗੋਂ ਇੱਕ ਦਿਨ ਬਾਅਦ ਚੂਹਾ ਮਰਦਾ ਹੈ। ਅਤੇ ਕਿਉਂਕਿ ਚੂਹਾ ਇੱਕ ਇਸ ਤਰੀਕੇ ਦਾ ਬੜਾ ਸਮਝਦਾਰ ਜੀਵ ਹੈ। ਜੇ ਐਲੂਮੀਨੀਅਮ ਫਾਸਫਾਈਡ ਖਾ ਕੇ ਜੇ ਦੇਖਦੇ ਹਾਂ ਕਿ ਉਹ ਕਿਉਂਕਿ ਨੌਕਡਾਊਨ ਐਕਸ਼ਨ ਹੈ ਉਹਦਾ, ਠੀਕ ਹੈ, ਦੂਜੇ ਚੂਹੇ ਫਿਰ ਉਹਨੂੰ ਖਾਂਦੇ ਨਹੀਂ ਉਸ ਬੇਟ ਨੂੰ, ਠੀਕ ਹੈ। ਤਾਂ ਇਸ ਲਈ ਬ੍ਰੋਮੋਡਾਇਲੋਨ ਬੇਟ ਨੂੰ, ਠੀਕ ਹੈ, ਵਰਤਣਾ ਚਾਹੀਦਾ ਹੈ, ਉਹ ਜ਼ਿਆਦਾ ਅਸਰਦਾਰ ਹੈ, ਠੀਕ ਹੈ। ਬਟ ਇਕੱਲਾ ਕਿਸਾਨ ਨਾ ਕਰਕੇ ਇਕੱਠੇ ਮਿਲ ਕੇ ਕਿਸਾਨ ਕਰਨ, ਇਹਨੂੰ ਇੱਕ ਸਮਾਜਿਕ ਤੌਰ 'ਤੇ ਲੈ ਕੇ ਚੱਲਣ ਤੋਂ ਇਹਦਾ ਬੜੀ ਵਧੀਆ ਆਪਾਂ ਨਿਦਾਨ ਕਰ ਸਕਦੇ ਹਾਂ। ਜ਼ਰੂਰ ਇਹ ਇੱਕ ਪਿੰਡ ਠਾਣ ਲਵੇ ਕਿ ਅਸੀਂ ਚੂਹਿਆਂ ਨੂੰ ਮਾਰਨਾ ਹੈ, ਜਾਂ ਜਿਵੇਂ ਤੁਸੀਂ ਦਵਾਈਆਂ ਦੱਸੀਆਂ ਉਹ ਵਰਤਣੀਆਂ ਨੇ, ਤਾਂ ਫਿਰ ਹੀ ਇਹਦਾ ਹੱਲ ਹੋ ਸਕਦਾ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਸਾਨੂੰ ਆਪਣਾ ਕੀਮਤੀ ਸਮਾਂ ਦੇਣ ਲਈ, ਆਪਣੀਆਂ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕਰਨ ਲਈ। ਮੈਨੂੰ ਉਮੀਦ ਆ ਕਿ ਜ਼ਿਮੀਂਦਾਰ ਭਰਾ ਇਹਨਾਂ ਤੋਂ ਜ਼ਰੂਰ ਲਾਹਾ ਲੈਣਗੇ। ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਖੇਤੀਬਾੜੀ TV ਤੇ ਆਉਣ ਲਈ। ਥੈਂਕ ਯੂ ਜੀ, ਧੰਨਵਾਦ। ਤਾਂ ਇਹ ਸਨ ਡਾਕਟਰ ਗੌਰਵ ਅਰੋੜਾ ਜੀ, ਜਿਨ੍ਹਾਂ ਨੇ ਬਹੁਤ ਹੀ ਅਹਿਮ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਦੱਸਿਆ ਕਿ ਕਿਵੇਂ ਗੰਨੇ ਦੇ ਵਿੱਚ ਕੀੜਿਆਂ ਨੂੰ ਅਸੀਂ ਰੋਕ ਸਕਦੇ ਹਾਂ, ਗੰਨੇ ਦੀਆਂ ਬਿਮਾਰੀਆਂ ਬਾਰੇ ਦੱਸਿਆ, ਕਿਹੜੀ ਦਵਾਈ ਕਿੰਨੀ ਮਾਤਰਾ ਵਿੱਚ ਪਾਉਣੀ ਚਾਹੀਦੀ ਹੈ, ਗੰਨੇ ਨੂੰ ਕਦੋਂ ਸਹੀ ਤਰੀਕੇ ਨਾਲ ਬੀਜਣਾ ਚਾਹੀਦਾ ਹੈ ਅਤੇ ਕਿਵੇਂ ਬੀਜਣਾ ਚਾਹੀਦਾ ਹੈ, ਇੰਟਰਕ੍ਰੌਪ ਕਿਵੇਂ ਉਹਦੇ ਵਿੱਚ ਅਸੀਂ ਬੀਜ ਸਕਦੇ ਹਾਂ। ਤਾਂ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਦੇ ਕੀਮਤੀ ਸਮੇਂ 'ਚੋਂ ਸਾਨੂੰ ਕੋਈ ਸਮਾਂ ਦਿੱਤਾ। ਸਾਡੇ ਜ਼ਿਮੀਂਦਾਰ ਭਰਾ ਇਸ ਦਾ ਜ਼ਰੂਰ ਫਾਇਦਾ ਉਠਾਉਣਗੇ। ਤਾਂ ਅੱਗੇ ਦੇਖਦੇ ਰਹੋ ਸਾਡਾ ਖੇਤੀਬਾੜੀ TV ਚੈਨਲ, ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਅਗਰ ਤੁਹਾਡੇ ਮਨ 'ਚ ਕੋਈ ਵੀ ਸਵਾਲ ਨੇ ਤਾਂ ਸਾਨੂੰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪਾਓ, ਅਸੀਂ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰਾਂਗੇ। ਬਹੁਤ ਬਹੁਤ ਧੰਨਵਾਦ। ਤੁਸੀਂ ਦੇਖ ਰਹੇ ਸੀ ਖੇਤੀਬਾੜੀ TV।